तू मेरो मेर पर्वत स्वामी, ओट गही मैं तेरी। ना तुम डोलो ना हम गिरते, रख लीनी हर मेरी। कृपा करो दीन के दाते, मेरा गुण अब गुण न विचारो कोई। माटी का क्या धोपै स्वामी, मानस की गत एही। असी खते बहुत कमावदे, अंत न पारावार। हर कृपा करके बख्श लै हो, हो पापी वड गुनहगार। जो बुलावै त्यों बोलै स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। सतनाम श्री वाहिगुरु साहिब जी। सलोक भावी उदोत करनं, हर रमणं संयोग पूर्ण है। गोपाल दर्श भेटं, सफल नानक सो मुहूर्त है। भावी उदोत करनं, हर रमणं संयोग पूर्ण है। गोपाल दर्श भेटं, सफल नानक सो मुहूर्त है। परम सन्मान सत्कार जोग चवर छतर तखत दे मालक सतगुरु धन धन श्री गुरु ग्रंथ साहिब जी दी पावन पवित्र हजूरी दे अंदर सजे हुए अमृत वेले दे दीवाना दियां हाजरियां भर रही गुरु सवारी गुरु प्यारी खालसा साध संगत जी, सतगुरु गुरु ग्रंथ साहिब जी दी अपार किरपा दे सदका सानू सारियां नू इस सत संगत दियां सोहणियां घड़ियां नसीब हो रही हैं। गुरु की पवित्र हजूरी दे अंदर अमृत वेले दे सुंदर दीवान सजे हैं। सजे हुए दीवाना दे अंदर धन सतगुरु श्री गुरु ग्रंथ साहिब जी दे पावन स्वरूपां नूं प्रकाश करन दी सेवा हुई है।
ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਔਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਹੋਰ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਹੋਇਆ। ਹੁਣ ਜੋ ਦਮਦਮੀ ਟਕਸਾਲ ਦੇ ਵਿਦਿਆਰਥੀ ਸ਼੍ਰੀਮਾਨ ਉਸਤਾਦ ਜੀ ਭਗਤ ਸੁੱਚਾ ਸਿੰਘ ਜੀ, ਜਿਹੜੇ ਪਿਛਲੇ ਦਿਨੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਗਮਨ ਕਰ ਗਏ ਸਨ, ਤਿੰਨਾਂ ਦੇ ਨਿਮਿਤ ਗੁਰੂ ਕਾਲ ਤੋਂ ਚੱਲੀ ਆ ਰਹੀ ਮਰਿਆਦਾ ਦੇ ਮੁਤਾਬਕ ਜੋ ਪਾਵਨ ਪਵਿੱਤਰ ਗੁਰੂ ਕੀ ਬਾਣੀ ਦੀ ਕਥਾ ਆਰੰਭ ਕੀਤੀ ਗਈ ਸੀ, ਅੱਜ ਵੀ ਸਾਨੂੰ ਸਤ ਸੰਗਤ ਦੇ ਵਿੱਚ ਬੈਠ ਕੇ ਕਰਨ ਔਰ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪਾਵਨ ਗੁਰੂ ਕੀ ਬਾਣੀ ਦੀ ਵਿਚਾਰ ਤੋਂ ਪਹਿਲੋਂ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਦੋਵੇਂ ਹੱਥ ਜੋੜ ਕੇ ਸਤਿਕਾਰ ਸਹਿਤ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਜੈਤਸਰੀ ਦੀ ਵਾਰ ਦੀਆਂ 14 ਪੌੜੀਆਂ ਸਮੇਤ ਸ਼ਲੋਕ ਮਹੱਲਿਆਂ ਦੇ ਵਿਚਾਰ ਸਰਵਣ ਕੀਤੀ ਸੀ। ਆਓ ਜਿਵੇਂ ਮਹਾਰਾਜ ਸਾਹਿਬ ਜੀ ਅਗਲੇ ਪਾਵਨ ਪਵਿੱਤਰ ਸ਼ਲੋਕਾਂ ਔਰ ਪੌੜੀਆਂ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਾਵੇ ਉਦੋਤ ਕਰਨੰ ਹਰ ਰਮਣੰ ਸੰਜੋਗ ਪੂਰਨ ਹੈ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਿ ਭਾਈ ਜਿਸ ਵੇਲੇ ਮਨੁੱਖਾ ਜੀਵਨ ਦੇ ਵਿੱਚ ਕੀਤੇ ਹੋਏ ਪੂਰਬਲੇ ਔਰ ਨਿਸ਼ਕਾਮ ਕਰਮ ਫਲ ਦਿੰਦੇ ਹਨ, ਉਸ ਵੇਲੇ ਕੀ ਹੁੰਦਾ ਹੈ? ਹਰ ਰਮਣੰ ਸੰਜੋਗ ਪੂਰਨ ਹੈ। ਪੂਰਨ ਪੁਰਖ ਜੋ ਵਾਹਿਗੁਰੂ ਪ੍ਰਮਾਤਮਾ ਦੇ ਹਨ, ਸੰਤ ਮਹਾਤਮਾ, ਉਹਨਾਂ ਦਾ ਸੰਜੋਗ, ਉਹਨਾਂ ਦੇ ਨਾਲ ਮਿਲਾਪ ਪ੍ਰਾਪਤ ਹੁੰਦਾ ਹੈ ਔਰ ਉਹਨਾਂ ਦੇ ਮਿਲਾਪ ਦੇ ਸਦਕਾ ਹਰ ਰਮਣੰ ਹਰੀ ਜੋ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ, ਸਾਰੇ ਸੰਸਾਰ ਦੇ ਜੀਵਨ ਨੂੰ ਜੀਵਨ ਦਾਨ ਦੇਣ ਵਾਲਾ ਹੈ, ਹਰਿਆ ਭਰਿਆ ਕਰਨ ਵਾਲਾ ਹੈ। ਉਸ ਪਰਮੇਸ਼ਰ ਦਾ ਨਾਮ ਉਚਾਰਿਆ ਜਾਂਦਾ ਹੈ, ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਂਦਾ ਹੈ। ਪਰ ਇਹ ਹੁੰਦਾ ਤਾਂ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਭਾਵੀ ਉਦੋਤ ਕਰੇ। ਉਦੋਤ ਦਾ ਅਰਥ ਹੁੰਦਾ ਹੈ ਪ੍ਰਗਟ, ਭਾਵੀ ਦਾ ਅਰਥ ਹੈ ਜਿਹੜੇ ਪਿਛਲੇ ਕੀਤੇ ਹੋਏ ਨਿਸ਼ਕਾਮ ਕਰਮ ਹਨ ਉਹ ਜਦੋਂ ਫਲ ਦੇਣ। ਗੁਰੂ ਕੀ ਪਵਿੱਤਰ ਗੁਰਬਾਣੀ ਦੇ ਵਿੱਚ ਇਸੇ ਪ੍ਰਕਰਨ ਦੇ ਨਾਲ ਮਿਲਦੇ ਜੁਲਦੇ ਪ੍ਰਮਾਣ ਹਨ। ਸਾਹਿਬਾਂ ਦਾ ਇੱਕ ਪਾਵਨ ਬਚਨ ਆਉਂਦਾ ਹੈ, ਪੂਰਬ ਕਰਮ ਅੰਕੁਰ ਜਬ ਪ੍ਰਗਟੇ
ਹਰ ਭੇਟਿਓ ਰਸਕ ਪੁਰਖ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਗ। ਪੂਰਬਲੇ ਕੀਤੇ ਹੋਏ ਜਿਹੜੇ ਨਿਸ਼ਕਾਮ ਕਰਮ ਹਨ, ਜਦੋਂ ਉਹਨਾਂ ਦਾ ਅੰਕੁਰ ਪ੍ਰਗਟ ਹੁੰਦਾ ਹੈ, ਉਹਨਾਂ ਦਾ ਅੰਕੁਰ ਫਲੀਭੂਤ ਹੁੰਦਾ ਹੈ, ਤਾਂ ਸਤਿਗੁਰੂ ਕਹਿੰਦੇ ਉਸ ਵੇਲੇ ਕੋਈ ਵਾਹਿਗੁਰੂ ਪ੍ਰਮਾਤਮਾ ਦਾ ਪਿਆਰਾ ਉਸ ਦੀ ਸੰਗਤ ਕਰਨ ਦਾ ਸੁਭਾਗ ਮਿਲ ਜਾਂਦਾ ਹੈ, ਜਾਂ ਉਸ ਦੇ ਪਾਸ ਬੈਠਣ ਦਾ ਸੁਭਾਗ ਮਿਲਦਾ ਹੈ। ਤੇ ਜਦੋਂ ਉਸ ਦੀ ਸੰਗਤ ਦਾ, ਉਸ ਦੇ ਪਾਸ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ, ਉਸ ਦੇ ਨਾਲ ਮਿਲਾਪ ਹੁੰਦਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ। ਪਰ ਇਹ ਸਾਰਾ ਕੁਝ ਹੁੰਦਾ ਤਾਂ ਹੈ ਜੇ ਚੰਗੇ ਕਰਮ ਹੋਣ। ਜਿੰਨਾ ਚਿਰ ਚੰਗੇ ਕਰਮ ਨਹੀਂ, ਜਾਂ ਪਿਛਲੇ ਜੀਵਨ ਦੇ ਉੱਪਰ ਭਲੇ ਕਰਮ ਨਹੀਂ ਕੀਤੇ, ਉਹਨਾਂ ਚਿਰ ਤੱਕ ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਾ ਪਰਮੇਸ਼ਰ ਦਾ ਪਿਆਰਾ ਮਿਲ ਸਕਦਾ ਹੈ, ਨਾ ਪਰਮੇਸ਼ਰ ਦੇ ਪਿਆਰੇ ਦੇ ਪਾਸ ਬੈਠ ਕੇ ਵਾਹਿਗੁਰੂ ਪ੍ਰਮਾਤਮਾ ਦੇ ਦਰ ਘਰ ਦੀ ਕੋਈ ਗੱਲਬਾਤ ਕੀਤੀ ਜਾਂਦੀ ਹੈ, ਤੇ ਨਾ ਹੀ ਉਸ ਦੇ ਪਾਸ ਬੈਠ ਕਰਕੇ ਜੋ ਪਰਿਪੂਰਨ ਪਰਮੇਸ਼ਰ ਅਕਾਲ ਪੁਰਖ ਹੈ, ਉਸ ਦਾ ਨਾਮ ਹੀ ਜਪਿਆ ਜਾਂਦਾ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਨੇ ਬਚਨ ਕਿਹਾ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ। ਕਰਮ ਚੰਗੇ ਹੋਣ ਤੇ ਉਹਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਧਨ ਲਬਾ ਲਬ ਭਰਿਆ ਹੁੰਦਾ, ਔਰ ਜਿਹੜੇ ਉਹਨਾਂ ਦੇ ਪਾਸ ਜਾਂਦੇ ਹਨ ਉਹਨਾਂ ਨੂੰ ਵੀ ਇਹ ਨਾਮ ਧਨ ਦੀ ਪ੍ਰਾਪਤੀ ਕਰਾ ਦਿੰਦੇ। ਪੰਡਿਤ ਲੋਕਾਂ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਮਹਾਰਾਜ, ਜਿਹੜਾ ਤੁਹਾਡੇ ਪਾਸ ਆਉਂਦਾ ਹੈ ਉਸ ਨੂੰ ਹੀ ਤੁਸੀਂ ਕਹੀ ਜਾ ਰਹੇ ਹੋ ਪਰਮੇਸ਼ਰ ਦਾ ਨਾਮ ਜਪੋ। ਕੋਈ ਜਾਤ ਨਹੀਂ ਵੇਖਦੇ, ਕੋਈ ਵਰਨ ਨਹੀਂ ਦੇਖਦੇ, ਕੋਈ ਪਾਤ ਨਹੀਂ ਕਿਸੇ ਦੀ ਦੇਖਦੇ ਵੀ ਅਧਿਕਾਰੀ ਹੈ ਅਨਧਿਕਾਰੀ, ਇਸ ਬਾਰੇ ਵੀ ਵਿਚਾਰ ਨਹੀਂ ਤੁਸੀਂ ਕਰਦੇ। ਬਸ ਜਿਹੜਾ ਹੀ ਆਉਂਦਾ ਹੈ ਉਸ ਨੂੰ ਹੀ ਕਹਿੰਦੇ ਹੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਇਹ ਜਿਹੜੇ ਨਾਮ ਦੇ ਭੰਡਾਰੇ ਤੁਹਾਡੇ ਘਰ ਦੇ ਵਿੱਚ ਭਰੇ ਹੋਏ ਹਨ, ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਖਤਮ ਤੇ ਨਹੀਂ ਹੋ ਜਾਣਗੇ। ਇਵੇਂ ਨਾ ਹੋਵੇ ਤੁਹਾਡੇ ਘਰ ਦੇ ਵਿੱਚ ਰਵੇ ਕੁਛ ਨਾ, ਤੁਸੀਂ ਸਾਰਾ ਹੀ ਵੰਡ ਪਾਓ। ਤਾਂ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਮੁਬਾਰਕ ਰਸਨਾ ਦੇ ਦੁਆਰਾ ਬਚਨ ਕਿਹਾ ਸੀ, ਨਹੀਂ ਭਾਈ, ਵੰਡਦੇ ਇਸ ਵਾਸਤੇ ਆ ਪਰਮੇਸ਼ਰ ਦਾ ਨਾਮ ਕਿ ਕਲਯੁਗ ਦੇ ਵਿੱਚ ਸਾਰਿਆਂ ਦੇ ਨਾਲੋਂ ਉੱਤਮ ਇਸ ਦਾ ਜਾਪ ਕਰਨਾ। ਬਾਕੀ ਜੇ ਤੁਸੀਂ ਕਹੋ ਕਿ ਖਤਮ ਹੋ ਜਾਵੇ, ਜਿਵੇਂ ਦੁਨਿਆਵੀ ਭੰਡਾਰੇ ਹੁੰਦੇ ਹਨ ਉਹਨਾਂ ਦੇ ਵਿੱਚੋਂ ਸਤ ਸੰਗਤ ਐਸੀ ਹਮਾਰੇ ਕਹਿੰਦੇ ਤਿੰਨ ਭੇਟਤ ਦੁਰਮਤ ਖੋਈ। ਧਰਮ ਦੀ ਦੁਨੀਆ ਦੇ ਵਿੱਚ ਇੱਕ ਐਸਾ ਸਾਧਨ ਹੈ ਸਤ ਸੰਗਤ ਦਾ, ਜਿਸ ਨੂੰ ਪ੍ਰਾਪਤ ਕਰਕੇ ਜਿਹੜੀ ਖੋਟੀ ਮੱਤ ਹੈ ਉਹ ਨਾਸ਼ ਹੋ ਜਾਂਦੀ। ਜਦੋਂ ਭੈੜੀ ਬੁੱਧੀ ਖੋਟੀ ਮੱਤ ਨਾਸ਼ ਹੀ ਹੋ ਗਈ, ਫਿਰ ਚੰਗੀ ਮੱਤ ਆਉਣੀ ਸ਼ੁਰੂ ਹੋਈ। ਉਹ ਚੰਗੀ ਮੱਤ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਉਪਜ ਹੈ, ਚੰਗੀ ਬੁੱਧ ਦੇ ਵਿੱਚੋਂ ਚੰਗੇ ਕਰਮਾਂ ਦੀ ਉਪਜ ਹੈ।
ਮਨੁੱਖ ਚੰਗੇ ਕਰਮ ਕਰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ। ਆਪਾਂ ਇਹੋ ਹੀ ਬਚਨ ਕਹਿੰਦੇ ਮਹਾਰਾਜ, ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮਹਿ ਆਰਾਧਾ। ਜਨ ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਮਹਾਰਾਜ ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। हे ਅਕਾਲ ਪੁਰਖ, ਤੂੰ ਮਾਲਕ ਹੈ, ਮੇਰੇ ਜੀਵਨ ਦੇ ਉੱਪਰ ਵੀ ਇਹ ਕਿਰਪਾ ਕਰ। ਇਹੋ ਜੀ ਮਤ ਦੇ ਜਿਹੜੇ ਤੈਨੂੰ ਧਿਆਉਂਦੇ ਹੀ ਰਹੀਏ, ਤੇਰਾ ਚੇਤਾ ਹੀ ਨਾ ਭੁੱਲੇ। ਪਰ ਉਹ ਮਤ ਮਿਲਦੀ ਹੈ ਸਤ ਸੰਗਤ ਦੇ ਵਿੱਚ। ਮਾੜੇ ਭੈੜੇ ਦੀ ਕੋਈ ਸੰਗਤ ਕਰ ਲੈ ਤੇ ਦੁਨਿਆਵੀ ਲੋਕ ਕਹਿ ਦਿੰਦੇ ਨਾ, ਓਏ ਤੂੰ ਉਹਦੀ ਸੰਗਤ ਦੇ ਵਿੱਚ ਬੈਠਾ ਸੀ, ਉਹਦੀ ਮਤ ਦਾ ਧਾਰਨੀ ਹੋ ਗਿਆ। ਤੇਰੀ ਆਪਣੀ ਤੇ ਮੱਤ ਹੀ ਮਾਰੀ ਗਈ ਹੈ, ਤੂੰ ਉਸ ਮੱਤ ਦਾ ਧਾਰਨੀ ਹੋ ਸਕਦਾ। ਦੁਨਿਆਵੀ ਲੋਕਾਂ ਦਾ ਸੰਗ ਮਿਲਾਪ ਕਰਨੇ ਕਰਕੇ ਸਾਡੀ ਚੰਗੀ ਮੱਤ ਬੁੱਧ ਨਾਸ਼ ਹੋ ਜਾਏ, ਪਰ ਗੁਰੂ ਕੀ ਸੰਗਤ ਦੇ ਨਾਲ, ਗੁਰੂ ਕੀ ਸੰਗਤ ਦੇ ਵਿੱਚ ਬੈਠਣੇ ਕਰਕੇ ਸਾਨੂੰ ਚੰਗੀ ਮੱਤ ਆਉਂਦੀ। ਉਤਮ ਮਤ ਮੇਰੇ ਹਿਰਦੇ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਮ। ਉੱਤਮ ਮਤ ਦਾ ਧਾਰਨੀ ਬੰਦਾ ਉਹ ਹੁੰਦਾ ਹੈ ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਆਉਂਦਾ, ਕਿਉਂਕਿ ਇਸ ਸੰਗਤ ਦੇ ਵਿੱਚ ਇੱਕ ਅਰਦਾਸ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ, ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਉਹ ਮਤ ਜਿਹੜੀ ਸ੍ਰੇਸ਼ਟ ਹੋਵੇ, ਸਤਿਗੁਰੂ ਉਹ ਪ੍ਰਦਾਨ ਕਰਾਵੇ। ਜੈਸੀ ਬੰਦੇ ਦੀ ਮਤ ਹੋਵੇ, ਵੈਸੀ ਸੰਸਾਰ ਦੇ ਵਿੱਚ ਪਤ ਹੁੰਦੀ, ਵੈਸੀ ਇੱਜ਼ਤ ਹੁੰਦੀ। ਪੈੜੀ ਮਤ ਹੈ ਤੇ ਉਹੋ ਜਿਹਾ, ਜੇ ਚੰਗੀ ਮਤ ਦਾ ਧਾਰਨੀ ਹੈ ਤੇ ਸੰਸਾਰ ਦੇ ਵਿੱਚ ਇੱਜ਼ਤ ਮਿਲਦੀ ਹੈ। ਜਿਹੜਾ ਗੁਰੂ ਮਤ ਦਿੰਦਾ ਹੈ, ਤਾਂ ਹੀ ਗੁਰਬਾਣੀ ਨੇ ਕਿਹਾ, ਗੁਰ ਕੀ ਮਤ ਤੂੰ ਲੇਹਿ। ਗੁਰੂ ਮਤ ਆਪਣੇ ਸਿੱਖ ਨੂੰ ਕਦੀ ਵੀ ਮਾੜੀ ਨਹੀਂ ਦੇਵੇ। ਗੁਰੂ ਕੋਲ ਇਹ ਖਤਰਾ ਨਹੀਂ ਆਣ ਕੇ ਵੀ ਗੁਰੂ ਕੋਲ ਗਏ ਸਾਂ, ਉਹਨੇ ਗੁਰੂ ਨੇ ਭੈੜੀ ਮੱਤ ਦੇ ਦਿੱਤੀ। ਗੁਰੂ ਕੋਲ ਆਣ ਕੇ ਇਹ ਖਤਰਾ ਨਹੀਂ। ਗੁਰੂ ਹਮੇਸ਼ਾ ਆਪਣੇ ਸਿੱਖ ਨੂੰ ਚੰਗੀ ਮੱਤ ਹੀ ਦੇਵੇਗਾ, ਜਿਹਦੇ ਨਾਲ ਇਸ ਦਾ ਜੀਵਨ ਦਾ ਭਲਾ ਹੋ ਸਕੇ, ਸੰਸਾਰ ਦੇ ਵਿੱਚ ਕਿਸੇ ਦਾ ਭਲਾ ਕਰ ਸਕੇ, ਆਪਣਾ ਜੀਵਨ ਸਫਲ ਕਰ ਸਕੇ। ਐਸੀ ਮੱਤ ਹੀ ਗੁਰੂ ਪ੍ਰਦਾਨ ਕਰਵਾਉਂਦਾ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਵੱਡੇ ਭਾਗ ਹੁੰਦੇ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਮਿਲਦੀ ਹੈ, ਸਤ ਸੰਗਤ ਮਿਲਦੀ। ਫਿਰ ਨਿਵ ਲਾਗਾ ਪਾਈ, ਨਿਵ ਕਰਕੇ ਪ੍ਰੇਮ ਦੇ ਨਾਲ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਲੱਗਣਾ ਚਾਹੀਦਾ, ਪੈਣਾ ਚਾਹੀਦਾ। ਬੜੇ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਸੀਸ ਰੱਖਣਾ ਚਾਹੀਦਾ ਹੈ। ਮਨ ਦਰਸ਼ਨ ਕੀ ਪਿਆਸ ਹੈ, ਨਾਨਕ ਬਲ ਜਾਈ। ਐਵੇਂ ਬੇਨਤੀ ਕਰੇ ਸਤਿਗੁਰੂ, ਮੈਂ ਤੁਹਾਡੇ ਤੋਂ ਬਲਿਹਾਰ ਜਾਨਾ, ਹਉ ਕੁਰਬਾਨੇ ਜਾਓ ਮਿਹਰਬਾਨ। ਮੈਂ ਤੁਹਾਡੇ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ। ਹਉ ਖੰਨੀਏ ਮੰਨਿਆ ਦਰਸ਼ਨ ਤੇਰੇ, ਤੂੰ ਪਰਬਤ ਮੇਰਾ ਓਲਾ ਰਾਮ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਤੇਰੇ ਦਰਸ਼ਨਾਂ ਤੋਂ ਮੈਂ ਆਪਣੇ ਆਪ ਨੂੰ ਖੰਨੀ ਖੰਨੀ ਨਿਕਾ ਨਿਕਾ ਕਰਕੇ ਟੁਕਾ। ਤੂੰ ਮੇਰਾ ਆਸਰਾ ਹੈ ਲੋਕ ਪਰਲੋਕ ਦਾ। ਤੇ ਕੀ ਮਹਾਰਾਜ ਇਹਨੇ ਭਾਵਨਾ ਦੇ ਨਾਲ ਜਦੋਂ ਬੇਨਤੀ ਕਰੇ ਤੇ ਨਾਲ ਇਹ ਵੀ ਕਰੇ, ਮਨ ਦਰਸ਼ਨ ਕੀ ਪਿਆਸ ਹੈ। ਮਹਾਰਾਜ ਮੇਰੇ ਮਨ ਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਤਾਂਘ ਹੈ। ਜਿਵੇਂ ਪਪੀਹੇ ਨੂੰ ਪਿਆਸ ਲੱਗਦੀ ਹੈ, ਉਹ ਪ੍ਰਿਓ ਪ੍ਰਿਓ ਟੇਰਦਾ ਰਹਿੰਦਾ। ਇਹ ਮਹਾਰਾਜ ਦਰਸ਼ਨਾਂ ਦੀ ਪਿਆਸ ਹੈ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾ ਵਣ ਦਿਨ। ਜਿਵੇਂ ਪਪੀਹਾ ਸਵਾਂਤੀ ਬੂੰਦ ਦੀ ਪ੍ਰਾਪਤੀ ਦੀ ਇੱਛਾ ਦੇ ਵਾਸਤੇ ਪ੍ਰਿਓ 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 ਇਵੇਂ ਟੇਰਦਾ ਹੀ ਰਹਿੰਦਾ, ਪੁਕਾਰਦਾ ਹੀ ਰਹਿੰਦਾ। ਮਹਾਰਾਜ ਇਵੇਂ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਹੈ ਹਿਰਦੇ ਵਿੱਚ।
ਕਿਹੜਾ ਢੰਗ ਤਰੀਕਾ, ਕਿਹੜਾ ਵਸੀਲਾ ਹੋਵੇ ਜਿਸ ਦੇ ਨਾਲ ਉਸ ਦੀ ਪ੍ਰਾਪਤੀ ਹੋ ਜਾਵੇ। ਇਹ ਬੇਨਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਇਵੇਂ ਬੇਨਤੀਆਂ ਕਰ, ਇਵੇਂ ਅਰਦਾਸਾਂ ਕਰ ਮਹਾਰਾਜ। ਹਿਰਦੇ ਦੇ ਵਿੱਚ ਦਰਸ਼ਨਾਂ ਦੀ ਪਿਆਸ, ਦਰਸ਼ਨਾਂ ਦੀ ਇੱਛਾ ਹੈ। ਅਸੀਂ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ। ਸਲੋਕ ਪਤਤ ਪੁਨੀਤ ਗੋਬਿੰਦ ਹੈ, ਸਰਬ ਦੋਖ ਨਿਵਾਰਨ ਹੈ। ਪਰਮੇਸ਼ਰ ਦਾ ਨਾਮ ਭਾਈ ਐਸਾ ਹੈ ਜਿਹੜਾ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ। ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਬਚਨ ਹੈ, ਜਾਓ ਪੈ ਹਮ ਨਾ ਪਾਪ ਕਰੰਤਾ, ਅਹਿ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤ। ਜੇ ਪਾਪੀਆਂ ਨੂੰ ਪਰਮੇਸ਼ਰ ਨੇ ਪਵਿੱਤਰ ਕੀਤਾ ਤਾਂ ਹੀ ਪਰਮੇਸ਼ਰ ਦਾ ਨਾਮ ਪਤਿਤ ਪਾਵਨ ਪਿਆ ਹੈ ਨਾ। ਗੁਰਬਾਣੀ ਆਪ ਪੜ੍ਹਦੇ ਹੋ, ਪਾਵਨ ਸ਼ਬਦ ਆਉਂਦਾ ਹੈ ਰਾਗ ਧਨਾਸਰੀ ਦੇ ਵਿੱਚ ਭਗਤ ਜੀ ਦਾ, ਪਤਿਤ ਪਾਵਨ ਮਾਧੋ ਬਿਰਧ ਤੇਰਾ, ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰਿ ਪ੍ਰਭ ਮੇਰਾ। ਜਿਹੜਾ ਬਿਰਧ ਸ਼ਬਦ ਹੈ ਇਸ ਦਾ ਅਰਥ ਹੁੰਦਾ ਹੈ ਕਦੀਮੀ ਸੁਭਾਅ, ਜਾਂ ਸੰਪਰਦਾਇ ਵਿਦਵਾਨਾਂ ਨੇ ਪ੍ਰਣ ਵੀ ਕੀਤਾ। ਉਹ ਸੁਭਾਅ ਜਿਹੜਾ ਕਦੀ ਵੀ ਬਦਲੇ ਨਾ, ਉਸ ਨੂੰ ਕਿਹਾ ਜਾਂਦਾ ਹੈ ਕਦੀਮੀ ਸੁਭਾਅ। ਜਾਂ ਜਿਹੜਾ ਪ੍ਰਾਣੀ ਕੀਤਾ ਹੋਵੇ, ਫਿਰ ਪ੍ਰਾਣ ਤੋਂ ਕਦੀ ਵੀ ਮੁਖ ਨਹੀਂ ਨਾ ਮੋੜੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਭਗਤ ਰਸਨਾ ਕਹਿੰਦੀ ਹੈ, ਪਰਮੇਸ਼ਰ ਇਹ ਤੇਰਾ ਪ੍ਰਾਣੀ ਕੀਤਾ ਹੋਇਆ ਹੈ ਵੀ ਤੂੰ ਸੰਸਾਰ ਦੇ ਵਿੱਚ ਜਿਹੜੇ ਪਾਪੀ ਹਨ ਉਹਨਾਂ ਨੂੰ ਪਵਿੱਤਰ ਕਰਨਾ ਹੀ ਕਰਨਾ। ਤੇ ਜਿਨ੍ਹਾਂ ਨੇ ਤੈਨੂੰ ਅਰਾਧਿਆ, ਜਿਨ੍ਹਾਂ ਨੇ ਤੈਨੂੰ ਸਿਮਰਿਆ, ਚੇਤੇ ਕੀਤਾ, ਉਹਨਾਂ ਨੂੰ ਤੂੰ ਪਾਪੀਆਂ ਤੋਂ ਪਵਿੱਤਰ ਵੀ ਕਰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਆਪ ਪੜੋ। ਸਤਿਗੁਰੂ ਦਾ ਪਾਵਨ ਬਚਨ ਹੈ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾ ਕੋ ਜਸ ਉਦਤਾਰ। ਹੁਣ ਗਨਕਾ ਵਰਗੀ ਵੀ ਕੋਈ ਪਾਪਣ ਹੋਵੇਗੀ ਜਿਹਦੇ ਪਰਥਾਏ ਭਾਈ ਗੁਰਦਾਸ ਜੀ ਨੇ ਬਚਨ ਕਹੇ ਕਿ ਦੁਨੀਆ ਦੇ ਲੋਕ ਸਫਲਤਾ ਹਾਸਲ ਕਰਕੇ ਆਉਣ ਤੇ ਖੁਸ਼ੀ ਦੇ ਵਿੱਚ, ਜਿਹੜਾ ਕਿਸੇ ਕਾਰਜ ਦੇ ਵਿੱਚ ਸਫਲਤਾ ਹਾਸਲ ਕਰਕੇ ਆਇਆ ਉਹਦੇ ਵਿੱਚ ਫੁੱਲਾਂ ਦਾ ਹਾਰ ਪਰੋ ਕੇ ਪਾਇਆ ਜਾਂਦਾ। ਪਰ ਇਹ ਔਰਤ ਐਸੀ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਗਲ ਦੇ ਵਿੱਚ ਇਹਨੇ ਪਾਪਾਂ ਦਾ ਹਾਰ ਪਰੋ ਕਰਕੇ ਪਾਇਆ ਹੋਏ, ਪਤਾ ਹੀ ਨਹੀਂ ਕਿੰਨੇ ਕ ਪਾਪ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਸਿਮਰਨ ਐਸਾ, ਜੇ ਸਿਮਰਤ ਜਿਹਨੂੰ ਸਿਮਰਦਿਆਂ ਹੋਇਆ, ਜਿਹਨੂੰ ਨਾਮ ਚੇਤੇ ਕਰਦੇ, ਜਿਹੜੀ ਗਨਕਾ ਵਰਗੀ ਪਾਪਰ ਸੀ ਉਸ ਦਾ ਵੀ ਉਧਾਰ। ਭਾਈ ਗੁਰਦਾਸ ਜੀ ਨੇ ਬਚਨ ਕਿਹਾ, ਗਈ ਬਿਬਾਨੀ ਚੜ ਕੇ ਨਰਕੇ ਵਿੱਚ ਨਾ ਖਾਦੋ ਸੁਗੋਤਾ। ਕਹਿੰਦੇ ਨਰਕਾਂ ਚ ਗੋਤੇ ਨਹੀਂ ਖਾਦੇ। ਉੜਕ ਅੰਤ ਵੇਲੇ ਨੇ ਜਦੋਂ ਸਾਧੂਆਂ ਨੇ ਕਿਹਾ ਆ ਪੰਛੀ ਹੈ ਤੋਤਾ, ਇਸ ਨੂੰ ਪਾਸ ਰੱਖ। ਕਹਿੰਦੇ ਖੁਰਾਕ ਕੀ? ਕਹਿੰਦੇ ਮਰਾ ਜਪਾਈ ਜਾਈ। ਮਰਾ ਕਰਦਿਆਂ ਹੋਇਆ ਰਾਮ ਰਾਮ ਕਹਿਣਾ ਸ਼ੁਰੂ ਕਰਤਾ। ਤੇ ਭਾਈ ਗੁਰਦਾਸ ਜੀ ਕਹਿੰਦੀ ਲਿਵ ਲਾਗੀ ਤਿਸ ਤੋਤਿਆਂ। ਉਹ ਤੋਤਾ ਇੱਕ ਦਿਨ ਮਰ ਗਿਆ ਪਿੰਜਰੇ ਦੇ ਵਿੱਚ ਹੀ, ਪਰ ਇਸ ਗਨਕਾ ਦੀ ਲਿਵ ਪਰਮੇਸ਼ਰ ਦੇ ਨਾਲ ਜੁੜ ਗਈ। ਤੋਤਾ ਕਾਰਨ ਬਣਿਆ ਪਰਮੇਸ਼ਰ ਦੇ ਨਾਲ ਲਿਵ ਜੋੜਨ ਦਾ, ਜਿਹੜਾ ਮਹਾਤਮਾ ਨੇ ਦਿੱਤਾ ਹੋਇਆ ਸੀ। ਤਾਂ ਉੜਕ ਨੂੰ ਵਿਵਾਨ ਤੇ ਜੜ ਕੇ ਗਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜਿਸ ਪਰਮੇਸ਼ਰ ਦਾ ਸਿਮਰਨ ਕਰਕੇ ਗਨਕਾ ਵਰਗੀਆਂ ਪਾਪਣਾ ਦਾ ਉਧਾਰ ਹੋ।
ਉਸ ਦਾ ਜਸ ਹਿਰਦੇ ਦੇ ਵਿੱਚ। ਅੱਗੇ ਬਚਨ ਕਿਹਾ, ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਅਜਾਮਲ ਪਾਪੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜਗਤ ਤੋਂ ਲੁਕੀ ਹੋਈ ਛੁਪੀ ਹੋਈ ਉਸ ਦੀ ਗਾਥਾ ਨਹੀਂ, ਉਸ ਦੀ ਕਹਾਣੀ ਨਹੀਂ ਕਿ ਕੈਸਾ ਜੀਵਨ ਸੀ। ਰਾਜ ਪੰਡਤ ਦੇ ਘਰੇ ਪੁੱਤ ਪੈਦਾ ਹੋਇਆ, ਨਗਰ ਦੇ ਵਿੱਚ ਆਪਣੇ ਵਿਦਿਆ ਦਾਤੇ ਦੇ ਪਾਸ ਵਿਦਿਆ ਪੜਨ ਦੇ ਵਾਸਤੇ ਜਾਂਦਾ ਹੈ। ਪਿਤਾ ਚੜ੍ਹਾਈ ਕਰ ਗਿਆ, ਰਾਜ ਪੰਡਤ ਦੀ ਉਪਾਧੀ ਮਿਲ ਗਈ ਇਸ ਅਜਾਮਲ ਨੂੰ। ਵਿਦਿਆ ਦਾਤੇ ਦੀ ਹਮੇਸ਼ਾ ਹੀ ਇਹ ਸਿੱਖਿਆ ਹੁੰਦੀ ਸੀ, ਜਿਹੜਾ ਉਸਤਾਦ ਸੀ, ਵੀ ਤੂੰ ਕਦੀ ਵੀ ਨਗਰ ਦੇ ਵਿੱਚ ਨਹੀਂ ਪ੍ਰਵੇਸ਼ ਕਰਨਾ, ਇਸ ਨਗਰ ਦੇ ਬਾਰ-ਬਾਰ ਹੀ ਆਉਣਾ ਤੇ ਬਾਰ-ਬਾਰ ਹੀ ਵਾਪਸ ਕਰਨਾ। ਮਨ ਦੇ ਵਿੱਚ ਵਿਚਾਰ ਆਈ ਵੀ ਰਾਜ ਪੰਡਤ ਬਣ ਗਿਆ, ਰਾਜੇ ਦੇ ਸਮੇਤ ਸਾਰੇ ਲੋਕ ਮੇਰਾ ਸਤਿਕਾਰ ਕਰਦੇ ਹਨ, ਮੇਰਾ ਜਿਹੜਾ ਵਿਦਿਆ ਦਾਤਾ ਹੈ, ਮੇਰਾ ਉਸਤਾਦ ਹੈ, ਮੈਨੂੰ ਨਗਰ ਦੇ ਵਿੱਚ ਨਹੀਂ ਜਾਣ ਦਿੱਤਾ, ਪਤਾ ਨਹੀਂ ਕੀ ਕਾਰਨ ਹੈ। ਅੱਜ ਨਗਰ ਥਾਣੀ ਤੇ ਜਾ ਕੇ ਵੇਖਾਂ, ਇੱਕ ਵੇਸਵਾ ਸੀ, ਉਸ ਦੇ ਰੂਪ ਦੇ ਉੱਪਰ ਮੋਹਿਤ ਹੋ ਗਿਆ। ਪਹਿਲੇ ਦਿਨ ਹੀ ਆਪਣੇ ਜਿਹੜਾ ਵਿਦਿਆ ਦਾਤਾ ਸੀ ਉਸ ਦੇ ਬਚਨਾਂ ਨੂੰ ਜੀਵਨ ਚੋਂ ਮੋੜਿਆ। ਜਿਹੜਾ ਉਸਤਾਦ ਸੀ ਉਸ ਦੀ ਗੱਲ ਨਾ ਮੰਨੀ, ਜਿਹੜਾ ਇਸ ਨੂੰ ਵਿਦਿਆ ਪੜਾਉਂਦਾ ਸੀ। ਤੇ ਜਦੋਂ ਨਾ ਮੰਨੀ, ਫਿਰ ਜਿਵੇਂ ਹੀ ਨਗਰ ਦੇ ਵਿੱਚ ਪ੍ਰਵੇਸ਼ ਰੱਖਿਆ, ਇੱਕ ਵੇਸਵਾ ਔਰਤ ਸੀ, ਮੋਹਿਤ ਹੋ ਗਿਆ, ਕਾਮ ਦੇ ਅਧੀਨ ਹੋ ਗਿਆ। ਔਰਤ ਨੇ ਬਥੇਰਾ ਕਿਹਾ ਵੀ ਤੂੰ ਰਾਜ ਪੰਡਤ, ਮੈਂ ਵੇਸਵਾ। ਕਹਿੰਦੀ, ਅਜਾਮਲ ਕਹਿਣ ਲੱਗਾ, ਮੈਂ ਤੇਰੇ ਨਾਲ ਵਿਆਹ ਕਰਾਉਣ ਦੇ ਵਾਸਤੇ ਵੀ ਤਿਆਰ ਹਾਂ। ਵਿਆਹ ਹੋ ਗਿਆ, ਰਾਜ ਪੰਡਤ ਦੀ ਕੀ ਦੇਸ਼ ਨਿਕਾਲਾ ਮਿਲ ਗਿਆ। ਦੇਵ ਨੇ ਤਾਂ ਐਸੇ ਹੋਏ, ਇਸ ਦੇ ਦੁਆਰੇ ਦੇ ਉੱਪਰ ਸਾਧੂ ਆਏ। ਕਈ ਪੁੱਤਰ ਉਸ ਵੇਸਵਾ ਦੇ ਕੁੱਖ ਦੇ ਵਿੱਚੋਂ ਪੈਦਾ ਕਰ ਚੁੱਕਾ ਸੀ। ਪੁਰਬਲੇ ਕਰਮ ਜਾਗੇ, ਪੁੱਤਰ ਪੈਦਾ ਹੋਣ ਵਾਲਾ ਸੀ ਇਸ ਦੀ ਔਰਤ ਦੇ ਕੁੱਖ ਦੇ ਵਿੱਚੋਂ। ਸਾਧੂ ਮਹਾਤਮਾ ਦੀ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ। ਟੁੱਟ ਪਏ ਇਸ ਅਜਾਮਲ ਦੇ ਉੱਪਰ, ਕਿਹਾ ਜੀ ਕੋਈ ਬਖਸ਼ਿਸ਼ ਕਰੋ। ਤੇ ਮਹਾਤਮਾ ਕਹਿਣ ਲੱਗੇ, ਜਿਹੜਾ ਤੇਰੀ ਔਰਤ ਦੇ ਕੁੱਖ ਦੇ ਵਿੱਚ ਬੱਚਾ ਹੈ ਨਾ, ਜਦੋਂ ਉਹਦਾ ਜਨਮ ਲਵੇ ਉਸ ਦਾ ਨਾਮ ਨਾਰਾਇਣ ਰੱਖ। ਜਨਮ ਲਿਆ, ਨਾਰਾਇਣ ਰੱਖਤਾ। ਓੜਕ ਸਮਾਂ ਆਇਆ, ਜਮਕਾਲ ਦਿਖੇ, ਛੋਟੇ ਪੁੱਤਰ ਦੇ ਨਾਲ ਪ੍ਰੇਮ ਜ਼ਿਆਦਾ ਹੁੰਦਾ। ਆਵਾਜ਼ ਮਾਰੀ ਨਾਰਾਇਣ, ਪ੍ਰਾਨ ਤਿਆਗੇ ਗਏ। ਗੁਰਬਾਣੀ ਦਾ ਬਚਨ ਹੈ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਪੁੱਤਰ ਦੇ ਵਾਸਤੇ ਹੀ ਭਾਵੇਂ ਇਸ ਨੇ ਆਪਣੀ ਜ਼ੁਬਾਨ ਦੇ ਨਾਲ ਨਾਰਾਇਣ ਕਿਹਾ, ਪਰ ਜਿਹੜੇ ਜਮਾਂ ਦੇ ਦਾਸ ਤਾਂ ਮਹਾਰਾਜ ਗੁਰੂ ਕੀ ਬਾਣੀ ਦੇ ਵਿੱਚ ਬਚਨ ਹੈ, ਪਤਤ ਪਾਵਨ ਮਾਧੋ ਬਿਰਦ ਤੇਰਾ। हे ਪਰਮੇਸ਼ਰ, ਤੇਰਾ ਇੱਕ ਕਦੀਮੀ ਸੁਭਾਅ ਹੈ, ਪ੍ਰਣ ਹੈ। ਪਾਪੀ ਵੀ ਤੇਰਾ ਨਾਮ ਜਪੇ ਤੇ ਉਸ ਨੂੰ ਤੂੰ ਸੰਸਾਰ ਦੇ ਵਿੱਚ ਪਵਿੱਤਰ ਕਰ ਦੇਣਾ। ਫਿਰ ਸਰਬ ਦੋਖ ਨਿਵਾਰਨ ਹੈ। ਮਨੁੱਖਾ ਜੀਵਨ ਦੇ ਜਿੰਨੇ ਵੀ ਦੋਸ਼ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਕਿੰਨੀ ਪ੍ਰਬਲਤਾ ਹੈ ਇਹਨਾਂ ਦੋਸ਼ਾਂ ਦੀ। ਗੁਰਬਾਣੀ ਆਪ ਪੜ੍ਹਦੇ ਹੋ, ਮ੍ਰਿਗ ਮੀਨ ਭ੍ਰਿਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤ ਕਿਆਸ। ਮ੍ਰਿਗ, ਹਿਰਨ, ਕੰਡੇ ਹੇੜੇ ਦੀ ਸ਼ਬਦ ਸੁਣਨ ਦੀ ਇੱਛਾ, ਦੋਸ਼ ਸੀ ਸ਼ਬਦ ਦਾ, ਆਪਣੇ ਆਪ ਨੂੰ ਨਾਸ਼ ਕਰਾਵੇ। ਮੀਨ, ਮੱਛੀ,
ਕੁੰਡੀ ਦੇ ਵਿੱਚ ਲੱਗਾ ਹੋਇਆ ਮਾਸ ਜਾਂ ਆਟਾ ਖਾਣ ਦੀ ਇੱਛਾ ਸੀ, ਰਸ ਲੈਣ ਦੀ, ਆਪਣੇ ਆਪ ਨੂੰ ਨਾਸ਼ ਕਰਾਵੇ। ਭੌਰਾ ਸੁਗੰਧੀ ਲੈਣ ਦਾ ਇੱਛਕ ਆਪਣੇ ਆਪ ਨੂੰ ਨਾਸ਼ ਕਰਾਵੇ। ਪਤੰਗਾ ਬਲਦੀ ਹੋਈ ਲਾਟ ਨੂੰ ਦੇਖਦਾ ਹੈ, ਆਪਣੇ ਆਪ ਨੂੰ ਨਾਸ਼ ਕਰਾ ਬੈਂਦਾ ਹੈ। ਇਵੇਂ ਮ੍ਰਿਗ ਮੀਨ ਭ੍ਰਿਗ ਪਤੰਗ ਕੁੰਚਰ ਹਾਥੀ, ਸਪਰਸ਼ ਦੀ ਭਾਵਨਾ ਹੈ ਜੀਵਨ ਦੇ ਵਿੱਚ, ਆਪਣੇ ਆਪ ਨੂੰ ਨਾਸ਼ ਕਰਾ ਬੈਂਦਾ। ਕਲਬੂਤ ਬਣਾ ਦਿੰਦੇ ਨਾ ਜਿਹੜੇ ਮਹਾਵਤ ਲੋਕ ਟੋਆ ਪੁੱਟ ਕੇ। ਆਪ ਗੁਰੂ ਕੀ ਬਾਣੀ ਪੜ੍ਹਦੇ ਹੋ, ਉਸ ਦੇ ਵਿੱਚ ਬਚਨ ਲਿਖਿਆ ਮਿਲਦਾ ਹੈ ਕਿ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼। ਮਾਲਕ ਮਹਾਵਤ ਨੇ ਇਹ ਕੌਤਕ ਰਚਿਆ ਫੜਨ ਦੇ ਵਾਸਤੇ। ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ ਅੰਕੁਸ ਸਹਿਉ। ਸਪਰਸ਼ ਦੀ ਭਾਵਨਾ ਨੂੰ ਲੈ ਕੇ ਆਉਂਦਾ ਹੈ। ਕਾਮ ਦਾ ਸਵਾਦੀ ਹਾਥੀ ਪਰਾਏ ਦੇ ਬਸ ਪੈ ਜਾਂਦਾ। ਹੱਥ ਸਿਰ ਦੇ ਵਿੱਚ ਫਿਰ ਅੰਕੁਸ਼ ਕੁੰਡੇ ਸਹਾਰਦਾ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹਦੇ ਵਿੱਚ ਪੰਜੇ, ਇਹ ਤੇ ਇੱਕ ਇੱਕ ਕਰਕੇ ਆਪਣੀ ਜ਼ਿੰਦਗੀ ਨੂੰ ਫਨਾਹ ਕਰ ਬੈਠੇ, ਨਾਸ਼ ਕਰ ਬੈਠੇ। ਤੇ ਮਨੁੱਖਾ ਜੀਵਨ ਦੇ ਵਿੱਚ ਤੇ ਪੰਜੇ ਹੀ ਆ। ਸ਼ਬਦ ਸੁਣਨ ਦੀ ਵੀ ਇੱਛਾ ਹੈ, ਭੈੜੇ ਮਾੜੇ ਗਾਣੇ ਕੰਨਾਂ ਦੇ ਨਾਲ ਕਿੰਨੀ ਕਿੰਨੀ ਉੱਚੀ ਲੋਕ ਲਾ ਕੇ ਸੁਣਦੇ। ਸਵਾਦ ਹੀ ਆਉਂਦਾ ਹੈ ਨਾ ਉਹ ਬੋਲ ਸੁਣਨ ਦਾ, ਤਾਂ ਹੀ ਸੁਣਦੇ। ਇਵੇਂ ਜਿਹੜੀਆਂ ਚੀਜ਼ਾਂ ਤੋਂ ਧਰਮੀ ਲੋਕਾਂ ਨੂੰ ਵਿਵਰਜਿਤ ਕੀਤਾ ਹੈ, ਉਹਨਾਂ ਨੂੰ ਧਰਮ ਦੇ ਵਿੱਚ ਪ੍ਰਮਾਣ ਨਹੀਂ ਕਹੀ ਜਾ ਰਿਹਾ। ਕਿੰਨੇ ਲੋਕ ਹਨ ਜਿਹੜੇ ਗਾਤਰੇ ਪਾ ਕਰਕੇ ਸ਼ਰਾਬਾਂ ਪੀ ਰਹੇ ਹਨ। ਕਿੰਨੇ ਲੋਕ ਹਨ ਜਿਹੜੇ ਮਾਸ ਦੇ ਆਦੀ ਹਨ, ਮਾਸ ਦਾ ਸੇਵਨ ਕਰਦੇ ਹਨ ਤੇ ਗੱਲ ਕਹਿੰਦੇ ਹਨ ਜੀ ਇਹ ਧਰਮ ਦੀ ਮਰਿਆਦਾ। ਇਹ ਜੀਭ ਦਾ ਰਸ ਤਾਂ ਹੈ, ਪਰ ਧਰਮ ਦੀ ਕਿਤੇ ਵੀ ਮਰਿਆਦਾ ਨਹੀਂ। ਕਿਹੜਾ ਧਰਮ ਸਿਖਾਉਂਦਾ ਹੈ ਕਿ ਕਿਸੇ ਬੇਜ਼ੁਬਾਨੇ ਦਾ ਗਲਾ ਵੱਢ ਕੇ ਆਪਣੀ ਜ਼ੁਬਾਨ ਦਾ ਤੂੰ ਸਵਾਦ ਬਣਾ। ਇੱਕ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਸਿੱਖ ਧਰਮ ਦੇ ਵਿਦਿਆ ਮਾਰਤੰਡ ਮੰਨਿਆ ਜਾਂਦਾ ਹੈ, ਉਹਨਾਂ ਦੀ ਪਾਵਨ ਪਵਿੱਤਰ ਬਚਨਾਂ ਦੇ ਵਿੱਚੋਂ ਆਉਂਦਾ ਹੈ, ਸੀਹ ਪਜੂਤੀ ਬੱਕਰੀ ਮਰਦੀ ਹੋਈ ਹੜ ਹੜ ਹੱਸੀ। ਜੰਗਲ ਦੇ ਵਿੱਚ ਸ਼ੇਰ ਆ ਗਿਆ, ਸ਼ੇਰ ਦੇ ਸਾਹਮਣੇ ਇੱਕ ਬੱਕਰੀ ਭੱਜੀ ਤੇ ਉਸ ਬੱਕਰੀ ਹੁਣ ਕਿੱਥੇ ਸ਼ੇਰ ਦੀ ਦੌੜ, ਕਿੱਥੇ ਬੱਕਰੀ ਦੀ ਦੌੜ, ਘੇਰ ਲਈ। ਸ਼ੇਰ ਦੇ ਫੜੀ ਹੋਈ ਜਿਹੜੀ ਬੱਕਰੀ ਸੀ ਉਹ ਹੜ ਹੜ ਕਰਕੇ ਖੁਸ਼ ਹੋ ਕਰਕੇ ਹੱਸੀ। ਸ਼ੀਹੋ ਪੁੱਛੇ ਵਿਸਮਾਦ ਹੋਏ ਕਿ ਇਤ ਔਸਰ ਕਿਤ ਰਹਿਸ ਰਹਸੀ। ਕਹਿੰਦੇ ਸ਼ੇਰ ਬੜਾ ਹੈਰਾਨ ਹੋਇਆ ਵੀ ਜਦੋਂ ਮੌਤ ਦਿਖਾਲੀ ਦਿੰਦੀ, ਦੁਨੀਆ ਦੇ ਲੋਕ ਰੋਂਦੇ ਕਰਲਾਉਂਦੇ, ਪਿੱਟਦੇ, ਸਿਆਪਾ ਕਰਦੇ, ਕਈ ਯਤਨ ਕਰਦੇ ਵੀ ਮੌਤ ਤੋਂ ਬਚ ਜਾਵੇ, ਮੇਰੀ ਜਾਨ ਬਖਸ਼ ਦੇ, ਮੈਨੂੰ ਬਖਸ਼ ਦੇ, ਇੱਕ ਵਾਰ ਮੈਂ ਤੇਰੇ ਚਰਨ ਧੋ ਪੀਵਾਂਗਾ। ਇਹ ਗੱਲਾਂ ਵੀ ਲੋਕ ਕਹਿੰਦੇ ਵੀ ਜਿਉਣਾ ਚਾਹੀਦਾ ਹੈ, ਜੀਵਨ ਚਾਹੀਦਾ ਹੈ। ਪਰ ਉਹ ਸ਼ੇਰ ਕਹਿੰਦਾ ਵੀ ਤੈਨੂੰ ਪਤਾ ਮੈਂ ਤੈਨੂੰ ਖਾ ਜਾਣਾ, ਕਿਉਂ ਇੰਨਾ ਖੁਸ਼ ਹੋ ਰਹੀ ਹੈ? ਖੁਸ਼ ਹੋਣ ਦਾ ਕਾਰਨ ਤੇ ਕੋਈ ਹੋਵੇਗਾ ਹੀ। ਤੈਨੂੰ ਪਤਾ ਤੇਰੀ ਮੌਤ ਹੈ, ਪਰ ਇਤ ਔਸਰ, ਇਸ ਸਮੇਂ ਵੀ, ਇਸ ਮੌਕੇ ਵੀ, ਕਿਤ ਰਹਿਸ ਰਹਸੀ, ਕਿਉਂ ਖੁਸ਼ ਹੋ ਰਹੀ ਹੈ? ਤਾਂ ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਸ ਬੱਕਰੀ ਨੇ ਵਾਰਤਾਲਾਪ ਦੇ ਦੁਆਰਾ ਸਾਨੂੰ ਸਮਝਾਇਆ, ਜੇ ਸਮਝ ਆ ਜਾ। ਕਹਿੰਦੇ ਬੱਕਰੀ ਭਲਾ ਕੀ ਕਹਿਣ ਲੱਗੀ, ਅੱਕ ਧਤੂਰਾ ਖਾਂਦਿਆਂ ਕੋ ਖੱਲ ਉਖੱਲ ਵਿਨਸ। ਕਹਿੰਦੇ ਮੈਂ ਬੇਜ਼ੁਬਾਨੇ ਨੂੰ ਕਦੀ ਤੇ ਨਹੀਂ ਨਾ ਮਾਰਿਆ, ਅੱਕ ਖਾ ਲੈਣੀ ਜਿਹੜਾ ਕੋਈ ਨਹੀਂ ਖਾਂਦਾ। ਜ਼ਹਿਰ ਦੁਨੀਆ ਦੇ ਲੋਕ ਨਹੀਂ, ਮੈਂ ਖੁਸ਼ ਹੋ ਕੇ ਖਾਨੀ। ਧਤੂਰਾ ਉਹਨੂੰ ਮੈਂ ਖਾਣੀ, ਉਹਦੇ ਪੱਤੇ ਖਾਣੀ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਬੱਕਰੀਆਂ ਬੁੱਕਰੀਆਂ ਦਾ ਇਹੋ ਹੀ ਚਾਰਾ ਹੁੰਦਾ ਸੀ। ਪਰ ਇਹ ਚੀਜ਼ਾਂ ਖਾਂਦਿਆਂ ਵੀ ਮੈਂ ਜ਼ਹਿਰ ਖਾਂਦਿਆਂ ਹੋਇਆਂ ਵੀ ਜਦੋਂ ਮੈਨੂੰ ਕਸਾਈ ਨੇ ਫੜਿਆ ਤੇ ਕੋਹ ਕੇ ਖੱਲ ਲਾਈ, ਕੋਹ ਕੇ। ਉਹਦੇ ਕੋਲ ਤਿੱਖੀ ਛੁਰੀ ਹੁੰਦੀ ਆ, ਆਰਜੀ ਹੁੰਦੀ ਹੈ, ਉਹ ਮਾਰਦਾ ਫੇਰ ਮਾਸ ਖਿੱਚਦਾ,
ਫੇਰ ਮਾਰਦਾ, ਫੇਰ ਉਸ ਨੂੰ ਖਿੱਚਦਾ, ਜਿੱਥੇ ਅੜਦਾ ਉੱਥੇ ਉਹ ਜ਼ੋਰ ਦੀ ਆਰਜੀ ਮਾਰਦਾ। ਕਹਿ ਲੱਗੇ ਆਕਤ ਧੂਰਾ ਖਾਦਾ ਤੇ ਮੇਰੀ ਕੋਹ ਕੇ ਖਲ ਲੱਥੀ, ਪਰ ਮਾਸ ਖਾਣ ਗਲ ਵੱਢ ਕੇ ਹਾਲ ਤੇ ਨਾੜਾ ਕੌਣ ਰਹਸੀ। ਜਿਹੜੇ ਗਲ ਵੱਢ ਕੇ ਮਾਸ ਖਾਂਦੇ ਉਹਨਾਂ ਦਾ ਹਾਲ, ਮੈਂ ਤੇ ਆਕਤ ਧੂਰਾ ਖਾਦਾ ਤੇ ਮੇਰੀ ਇਵੇਂ ਕੋਹ ਕੇ ਖਲ ਲਾਈ ਗਈ। ਜਿਹੜਾ ਬੇਜ਼ੁਬਾਨੇ ਦਾ ਗਲਾ ਵੱਢ ਕੇ ਮਾਸ ਖਾਂਦੇ ਉਹਦਾ ਹਾਲ ਕੀ ਹੋਵੇ। ਆਕਤ ਧੂਰਾ ਖਾਂਦਿਆਂ ਕੋ ਖਲ ਉਹ ਖਲ ਵੀ ਨਸੀ, ਮਾਸ ਖਾਣ ਗਲ ਵੱਢ ਕੇ ਹਾਲ ਤੇ ਨਾੜਾ ਕੌਣ ਰਹਸੀ। ਕਿਹੜਾ ਹਾਲ ਹੋਵੇਗਾ, ਮੈਂ ਤਾਂ ਹੱਸੀ, ਮੈਂ ਤਾਂ ਖੁਸ਼ ਹੋਈ, ਕਿਉਂਕਿ ਜੋ ਆਇਆ ਸੋ ਸਭ ਕੋ ਜਸ। ਜਿਹੜਾ ਆਇਆ ਹੀ ਜਾਣਾ ਤੇ ਸਾਰਿਆਂ ਨੂੰ ਪੈਣਾ। ਇਸ ਵਾਸਤੇ ਗੁਰਸਿੱਖੋ ਇਹ ਸਾਨੂੰ ਸਾਰੇ ਰਾਸ ਹਨ। ਕਹਿੰਦੇ ਅਸੀਂ ਵੀ ਸਾਡੀ ਧਰਮ ਦੇ ਵਿੱਚ ਪ੍ਰਵਾਨ ਹੈ ਇਹ ਕੰਮ, ਪਰ ਧਰਮ ਨਹੀਂ ਇਜਾਜ਼ਤ ਦਿੰਦਾ। ਸਾਡੀ ਕੋਈ ਆਪਣੀ ਮਰਿਆਦਾ ਹੋਵੇ ਤੇ ਉਹ ਵੱਖਰੀ ਗੱਲ, ਕਿਉਂਕਿ ਗੁਰੂ ਨਾਨਕ ਨੇ ਇਸ ਧਰਮ ਦੀ ਨੀ ਧੌਲ ਧਰਮ ਦਇਆ ਕਾ ਪੂਤ। ਜਿਵੇਂ ਮਾਂ ਨਾ ਹੋਵੇ ਤੇ ਕੋਈ ਬੰਦਾ ਸੰਸਾਰ ਦੇ ਵਿੱਚ ਕਵੇ ਵੀ ਮੈਂ ਪੁੱਤਰ ਤੇ ਹੈਗਾ ਪਰ ਮੇਰੀ ਮਾਂ ਕੋਈ ਨਹੀਂ, ਤੇ ਦੁਨੀਆ ਦੇ ਲੋਕ ਕਹਿਣਗੇ ਉਹ ਕਾਛੋਂ ਡਿੱਗਾ ਝੂਠ ਬੋਲਦਾ ਹੈ। ਇਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਧਰਮੀ ਹੈ ਉਹਦੇ ਜੀਵਨ ਦੇ ਵਿੱਚ ਦਇਆ ਜ਼ਰੂਰ ਹੋ। ਧੌਲ ਧਰਮ ਦਇਆ ਕਾ, ਜਿਸ ਧਰਮ ਦੇ ਆਸਰੇ, ਜਿਹਨੂੰ ਧਰਮ ਨੂੰ ਧੌਲਾ ਬਲਦ ਕਿਹਾ ਗਿਆ ਹੈ, ਜਿਹਦੇ ਆਸਰੇ ਧਰਤੀ ਖਲੋਤੀ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਉਹ ਦਇਆ ਦੀ ਸੰਤਾਨ ਹੈ, ਦਇਆ ਦਾ ਪੁੱਤਰ ਹੈ। ਪਰਾਏ ਰੂਪ ਵੇਖ ਕੇ ਦੁਨੀਆ ਦੇ ਲੋਕ ਲੋਭਾਏ ਮਾਨ ਹੁੰਦੇ, ਪਰਾਏ ਰੂਪਾਂ ਦੇ ਉੱਪਰ ਲੁਭਤ ਹੋ ਜਾਂਦੇ। ਇਵੇਂ ਸੁਗੰਧੀਆਂ ਲੈਣ ਦੇ ਦੁਨੀਆ ਦੇ ਲੋਕ ਇੱਛਕ ਹਨ। ਇਹ ਸਾਰਾ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜਿਹਦੇ ਵਿੱਚ ਪੰਜੇ ਉਹਨਾਂ ਦਾ ਕੀ ਹਾਲ ਹੋਵੇ। ਜਿਹੜੇ ਇੱਕ ਸਨ ਉਹ ਵੀ ਨਾਸ਼ ਹੋ ਗਏ, ਖਤਮ ਹੋ ਗਏ, ਆਪਣੇ ਆਪ ਨੂੰ ਨਾਸ਼ ਕਰਾ ਲਿਆ। ਜਿਹਦੇ ਵਿੱਚ ਪੰਜੇ ਹੀ ਉਹਨਾਂ ਦਾ ਕੀ ਹਾਲ ਹੋਣਾ। ਇਹ ਤੇ ਐਵੇਂ ਬੇਨਤੀ ਕਰੇ ਮਹਾਰਾਜ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਇਹ ਪੰਜ ਝਗੜਾਲੂ ਜਿਹੜੇ ਮੇਰੇ ਜ਼ਿੰਦਗੀ ਨੂੰ ਤਬਾਹ ਕਰਨ ਦੇ ਮਗਰ ਪਏ ਹੋਏ, ਮੈਂ ਤੇ ਵਿਚਾਰਾ ਗਰੀਬ ਇੱਕੋ ਹੀ ਹਾਂ। ਹੁਣ ਇੱਕ ਬੰਦਾ ਪੰਜਾਂ ਦੇ ਨਾਲ ਲੜਨ ਦੀ ਸਮਰੱਥਾ ਤਾਂ ਹੀ ਰੱਖਦਾ ਹੈ ਜੇ ਸਰੀਰ ਦੇ ਵਿੱਚ ਬਲ ਹੋਵੇ ਤਾਂ। ਮਹਾਰਾਜ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰਹਿ ਅਰ ਬਹੁਤ ਸੰਤਾਵੈ। ਮੇਰੇ ਨਾਲ ਝਗੜਾ ਕਰਦੇ, ਬੜੇ ਵਿਗਣ ਪਾਉਂਦੇ ਜੀਵਨ ਦੇ ਵਿੱਚ, ਸਿਮਰਨ ਭਜਨ ਨਹੀਂ ਕਰਨ ਦਿੰਦੇ, ਨਾਮ ਨਹੀਂ ਜਪਣ ਦਿੰਦੇ, ਬਹੁਤਾ ਹੀ ਸੰਤਾਉਂਦੇ ਹਨ। ਆਇਓ ਸ਼ਰਨ ਤੁਹਾਰੇ। ਮਹਾਰਾਜ ਤੁਹਾਡੀ ਸ਼ਰਨ ਦੇ ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆਏ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਂ। ਐਵੇਂ ਬੇਨਤੀਆਂ ਕਰੇ ਤਾਂ ਸਤਿਗੁਰੂ ਔਰ ਪਰਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸਾਰੇ ਜਿਹੜੇ ਦੋਖ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦੀ ਨਿਵਰਤੀ ਕਰ ਦਿੰਦਾ ਹੈ। ਸਰਨ ਸੂਰ ਭਗਵਾਨ ਹੈ, ਜਪੰਤ ਨਾਨਕ ਹਰ ਹਰ ਹਰੇ। ਉਹ ਵਾਹਿਗੁਰੂ ਪ੍ਰਮਾਤਮਾ ਜੋ ਖਟ ਭਗਾ ਸੰਪੰਨ ਹੈ, ਸਜ ਸ੍ਰੀ ਵਿਗਿਆਨ। ਇਹ ਜਿਹੜੇ ਇਤਿਹਾਸਿਕ ਸਾਰੀਆਂ ਭਗਾ ਹਨ, ਵਾਹਿਗੁਰੂ ਪ੍ਰਮਾਤਮਾ ਦੇ ਚਿੰਨ੍ਹ ਲੱਛਣ ਹਨ। ਐਸਾ ਜੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ, ਉਹ ਸ਼ਰਨ, ਜਿਹੜੇ ਉਹਦੇ ਸ਼ਰਨ ਦੇ ਵਿੱਚ ਪੈਂਦੇ, ਉਹ ਸੂਰਮਾ ਬਣ ਕੇ ਉਹਨਾਂ ਦੀ ਰੱਖਿਆ ਕਰਦਾ। ਜਪੰਤ ਨਾਨਕ ਹਰ ਹਰ, ਹਰ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ, ਜੋ ਹਰੇਕ ਦਾ ਹਾਰਕ ਨਾਸ਼ਕਾਰਕ ਹੈ, ਉਸ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰ। ਛੱਡਿਓ ਹਾਬੇ ਆਪ
ਲਗੜੋ ਚਰਨਾ ਪਾਸ। ਜਿਨੇ ਭਾਈ ਆਪਾ ਭਾਵ ਜੀਵਨ ਦੇ ਵਿੱਚੋਂ ਤਿਆਗ ਦਿੱਤਾ ਹੈ, ਪਰਮੇਸ਼ਰ ਦੇ ਚਰਨੀ ਲੱਗ ਗਿਆ ਹੈ। ਨਠੜੋ ਦੁਖ ਤਾਪ ਨਾਨਕ ਪ੍ਰਭ ਪੇ ਖੰਦਿਆ। ਉਹਦੇ ਨਸ ਜਾਂਦੇ ਜੀਵਨ ਦੇ ਵਿੱਚੋਂ 4 ਪ੍ਰਕਾਰ ਦੇ ਦੁੱਖ, 3 ਪ੍ਰਕਾਰ ਦੇ ਤਾਪ। ਕਿਵੇਂ? ਪ੍ਰਭ ਪੇਖੰਦਿਆਂ ਉਸ ਵਾਹਿਗੁਰੂ ਪ੍ਰਮਾਤਮਾ ਦੇ ਦਰਸ਼ਨ ਕਰਦਿਆਂ ਹੋਇਆ ਸਾਰੇ ਦੁੱਖ ਤਾਪ ਸਾਰੇ ਨਾਸ਼ ਹੋ ਜਾਂਦੇ ਹਨ। ਪੌੜੀ ਮੇਲ ਲੈਹੋ ਦਇਆਲ ਟਹਿ ਪਏ ਦੁਆਰਿਆ। ਐਵੇਂ ਬੇਨਤੀ ਕਰੇ ਹੈ ਅਕਾਲ ਪੁਰਖ, ਅਸੀਂ ਢਹਿ ਕੇ ਨਿਮਾਣੇ ਹੋ ਕੇ ਤੇਰੇ ਦੁਆਰੇ ਉੱਪਰ ਪਏ, ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲੈਣਾ ਕਰ। ਰੱਖ ਲੇਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਇਹ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਦੀਨ ਦਿਆਲ ਪ੍ਰਮਾਤਮਾ ਜੀ, ਸਾਨੂੰ ਵੀ ਰੱਖ ਲੈਣਾ ਕਰੋ। ਭਰਮਦਿਆਂ ਹੋਇਆਂ ਬਹੁਤੇ ਹਾਰ ਗਏ, ਥੱਕ ਗਏ ਹਾਂ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ। ਮਹਾਰਾਜ ਭਗਤਾਂ ਦੇ ਨਾਲ ਪ੍ਰੇਮ ਕਰਦਾ ਹੈ, ਤੇਰਾ ਸੁਭਾਅ ਹੈ ਕਦੀਮੀ, ਔਰ ਤੇਰਾ ਪ੍ਰਾਣ ਹੈ ਪਾਪੀਆਂ ਨੂੰ ਵੀ ਉਧਾਰ ਦਿੰਦਾ ਹੈ। ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ। ਤੇ ਪਰਮੇਸ਼ਰ ਜੀ ਤੁਹਾਡੇ ਤੋਂ ਬਗੈਰ ਨਾ ਹੀ ਕੋਈ ਹੋਰ ਕੋਈ ਨਹੀਂ ਹੈ, ਜਿਸ ਦੇ ਅੱਗੇ ਮੈਂ ਬਿਨੋ ਸਾਰਿਆ ਬੇਨਤੀ ਕੀਤੀ ਹੋਵੇ ਜਾਂ ਸਾਰਿਆ ਪੂਰੀ ਕਰੋ ਮੇਰੀ ਬੇਨਤੀ। ਮਹਾਰਾਜ ਅਸੀਂ ਤੁਹਾਡੇ ਤੋਂ ਚਰਨਾਂ ਤੋਂ ਬਗੈਰ ਹੋਰ ਕਿਸੇ ਦੀ ਆਸ ਨਹੀਂ, ਮੈਂ ਹੋਰ ਥਾਉ ਨਹੀਂ। ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਮਹਾਰਾਜ ਦੁੱਖ ਸੁੱਖ ਤੇ ਮੇਰਾ ਤੁਹਾਡੇ ਨਾਲ ਹੀ ਹੈ, ਹੋਰ ਜਗ੍ਹਾ ਹੈ ਨਹੀਂ ਕੋਈ ਵੀ ਜਿੱਥੇ ਮੈਂ ਜਾ ਕੇ ਬੇਨਤੀਆਂ ਕਰਦਾ ਫਿਰਾਂ। ਹੋਰ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਜਾ ਕੇ ਸਿਜਦਾ ਕਰਾਂ ਔਰ ਬੇਨਤੀ ਕਰਾਂ ਕਿ ਮੇਰਾ ਆਹ ਦੁੱਖ ਕਸ਼ਟ ਨਿਵਰਤ ਕਰ ਦੋ, ਅਤਾਪ ਹੈ ਸਰੀਰ ਨੂੰ ਇਹ ਨਿਵਰਤ ਕਰ ਦੋ। ਮਹਾਰਾਜ ਬਿਨਾਂ ਮੋਹੇ ਕਿਰਪਾ ਕਰੋ ਮੇਰੀ ਜਿਹੜੀ ਬੇਨਤੀ ਹੈ ਸਾਰਿਆ ਉਸ ਨੂੰ ਪੂਰੀ ਕਰਨਾ ਕਰੋ। ਕਰ ਕਹਿ ਲਿਹੋ ਦਇਆਲ ਸਾਗਰ ਸੰਸਾਰਿਆ। ਮਹਾਰਾਜ ਕਰ ਹੱਥ ਮੇਰਾ ਪਕੜ, ਗਹਿ ਚੰਗੀ ਤਰ੍ਹਾਂ ਹੱਥ ਮੇਰਾ ਪਕੜ ਲਓ ਚੰਗੀ ਤਰ੍ਹਾਂ। ਕੀ ਹੈ? ਸਾਗਰ ਸੰਸਾਰਿਆ, ਜਿਹੜਾ ਸੰਸਾਰ ਸਮੁੰਦਰ ਇਸ ਦੇ ਵਿੱਚ ਡੁੱਬਣ ਤੋਂ ਬਚਾ ਲਓ। ਆਪ ਹੱਥ ਦੇ ਮੋਹਿ ਬਚਾਵ, ਆਪ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੈਨੂੰ ਬਚਾ ਲਓ ਸੰਸਾਰ ਸਮੁੰਦਰ। ਨਹੀਂ ਤਾਂ ਦੁਨੀਆ ਦੇ ਲੋਕ ਡੁੱਬ ਰਹੇ ਹਨ, ਮੈਂ ਵੀ ਡੁੱਬ ਜਾਵਾਂਗਾ। ਸਤਿਗੁਰੂ ਆਪ ਜੀ ਦੇ ਚਰਨਾਂ ਦਾ ਓਟ ਆਸਰਾ, ਜਿਵੇਂ ਭਗਤ ਨਾਮਦੇਵ ਜੀ ਨੇ ਬਚਨ ਕੀਤੇ ਸਨ, हे ਵਾਹਿਗੁਰੂ ਪ੍ਰਮਾਤਮਾ ਸਾਡੀ ਤੇ ਬੇੜੀ ਡੁੱਬ ਰਹੀ ਹੈ ਸੰਸਾਰ ਦੇ ਵਿੱਚ, ਆਪ ਹੀ ਕਿਰਪਾ ਕਰ ਦੋ ਤੇ ਇਹ ਪਾਰ ਹੋ ਸਕਦੀ ਹੈ। ਨਹੀਂ ਤਾਂ ਹੋਰ ਕੋਈ ਵਸੀਲਾ ਯਤਨ ਨਹੀਂ ਕਿ ਸੰਸਾਰ ਸਮੁੰਦਰ ਤੋਂ ਪਾਰ ਹੋ। ਗੁਰਬਾਣੀ ਦਾ ਇੱਕ ਬਚਨ ਆਉਂਦਾ ਹੈ, ਹਮ ਡੂਬਤ ਬੇਰੀ ਪਾਪ ਪੜੀ ਹੈ ਪਵਨ ਲੱਗੈ ਮਤ ਜਾਈ। ਮਹਾਰਾਜ ਹਵਾ ਹੁਆ ਦਾ ਝੋਲਾ ਆ ਜਾਵੇ ਤੇ ਸ਼ਾਇਦ ਕਿਨਾਰੇ ਲੱਗ ਜਾਵੇ, ਨਹੀਂ ਤੇ ਪਾਪਾਂ ਦੀ ਭਰੀ ਸੰਸਾਰ ਦੇ ਵਿੱਚ ਹੀ ਡੁੱਬ ਜਾਣੀ ਹੈ। ਇਸ ਵਾਸਤੇ ਕਿਰਪਾ ਕਰੋ हे ਅਕਾਲ ਪੁਰਖ, ਕਿਰਪਾ ਰੂਪੀ ਹੱਥ ਸਾਡੇ ਸਿਰ ਦੇ ਉੱਪਰ ਰੱਖੋ। ਮਨ ਬੁੱਧ ਰੂਪੀ ਜਿਹੜੇ ਹੱਥ ਹਨ ਆਪਣੇ ਬਸ ਦੇ ਵਿੱਚ ਕਰ ਲਓ ਸਾਡੇ। ਇਹਨਾਂ ਦੇ ਦੁਆਰਾ ਬੰਦਾ ਹੱਥ ਪੈ ਬਾਹਰਲੀਆਂ ਵਾਸ਼ਨਾਵਾਂ ਉਹਨਾਂ ਨੂੰ ਟਾਕ ਲਓ ਤੇ ਸੰਸਾਰ ਦੇ ਵਿੱਚੋਂ ਮਹਾਰਾਜ ਪਾਰ ਕਰ ਦਿਓ। ਇਹ ਤੁਹਾਡੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ। ਇਹ ਸਤਿਗੁਰੂ ਨੇ ਉਪਦੇਸ਼ ਬਖਸ਼ਿਆ, ਸਤਿਗੁਰੂ ਕਿਰਪਾ ਕਰਨ ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਹਿਰਦੇ ਵਿੱਚ ਵਸੇ, ਜਿਸ ਦੇ ਨਾਲ ਉੱਤਮ ਆਦਿ ਦਾਤ ਪ੍ਰਾਪਤ ਹੋਵੇ। ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ ਜੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ। ਕਰ ਕਹਿ ਲਿਹੋ ਦਇਆਲ ਸਾਗਰ ਸੰਸਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल
ਪ੍ਰਾਨਨਾਥ ਅਨਾਥ ਸਖੇ ਦੀਨ, ਏ ਸਮਰਾਥੇ ਅਗਮ ਪੂਰਨ ਮੋਹਿ।